लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। वाहिगुरु जी का खालसा वाहिगुरु जी की फतेह। अंग है 553। ਹੁਣ तक 11 पौड़ियां संपूर्ण हुई। श्लोक मर्दाना एक कल कलवाली काम मद मनुआ पीवनहार। क्रोध कटोरी मोह भरी पी लावा अहंकार। पहला श्लोक श्लोक मर्दाना पहला। मर्दाना पहला। काल कलवाली काम मद काल कलवाली काम मद मनुआ पीवनहार। मनुआ पीवनहार। क्रोध कटोरी मोह भरी पी लावा अहंकार। मजलस कूड़े लब की मजलस कूड़े लब की पी पी होए ख्वार। पी होए ख्वार। करनी लाहन सत गुड़ करनी लाहन सतगुर। सच सरा कर सार। गुण मंडे कर सील घ्यो कर सील शर्म मास आहार। गुरमुख पाइए नानका पाइए नानका। खादे जाहे बिकार। श्लोक मर्दाना पहला। कल कलवाली काम मद मनुआ पीवनहार। ਮਹਾਰਾਜ ਨੇ ਇਹ ਸ਼ਲੋਕ ਜਿਹੜਾ ਹੈ ਮਰਦਾਨੇ ਦੀ ਪ੍ਰਥਾ ਹੈ ਤੇ ਉਚਾਰਨ ਜਿਹੜਾ ਲਿਖਿਆ ਹੈ ਇਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਹੀ ਹੈ। ਕਿਉਂਕਿ ਮਰਦਾਨਾ ਜੀ ਨਾਲ ਵਿਚਾਰ ਕਰਦਿਆਂ ਹੋਇਆਂ ਮਰਦਾਨਾ ਜੀ ਨੇ ਕਿਹਾ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਬਾਬਾ ਇਹ ਦੁਨੀਆ ਜਿਹੜੀ ਹੈ ਪਾਪਾਂ ਦੀ ਜ਼ਿੰਦਗੀ ਜਿਉਂ ਰਹੀ ਹੈ। ਵੇਖ ਇਹ ਪਾਪਾਂ ਦੇ ਵਿਕਾਰਾਂ ਵਿੱਚ ਮਸਤ ਹੋਏ ਪਏ ਨੇ। ਫਿਰ ਅਸਲੀ ਮਸਤੀ ਕਿਹੜੀ ਹੈ? ਆਨੰਦ ਕੀ ਹੈ ਸਹੀ ਮਾਇਨੇ ਵਿੱਚ? ਅੱਜ ਵੀ ਅਸੀਂ ਵੇਖਦੇ ਹਾਂ ਕਿ ਸ਼ਾਮ ਨੂੰ ਵੇਖੋ ਢਾਬਿਆਂ ਉੱਤੇ ਠੇਕਿਆਂ ਉੱਤੇ ਲੈਣਾ ਲੱਗੀਆਂ ਹੋਈਆਂ ਨੇ। ਮੈਂ ਕਦੇ ਕਦੇ ਹੈਰਾਨ ਹੁੰਦਾ ਇਸ ਗੱਲ ਦੇ ਉੱਤੇ ਕਿ ਜਿਹੜੀ ਚੀਜ਼ ਉੱਤੇ ਉਹਨਾਂ ਨੇ ਲਿਖਤਾ ਕਿ ਪੀਣੀ ਸਿਹਤ ਲਈ ਹਾਨੀਕਾਰਕ ਹੈ, ਲੋਕ ਲੈਣਾ 'ਚ ਖੜ ਲੈਂਦੇ ਨੇ ਪੈਸੇ ਦੇ ਕੇ। ਜਿਹੜੀ ਚੀਜ਼ 'ਤੇ ਲਿਖਤਾ ਉਹਨਾਂ ਨੇ ਕਿ ਪੀਣੀ ਸਿਹਤ ਲਈ ਹਾਨੀਕਾਰਕ ਹੈ, ਤੇਰੇ ਗੁਰਦੇ ਉੱਡ ਸਕਦੇ ਨੇ, ਤੇਰਾ ਲੀਵਰ ਜਾ ਸਕਦਾ ਹੈ, ਤੇਰੀ ਚੈਸਟ ਜਿਹੜੀ ਤੇਰੀ ਛਾਤੀ ਜਿਹੜੀ ਫੇਫੜੇ ਤੇਰੇ ਉੱਡ ਸਕਦੇ ਨੇ ਇਹਦੇ ਨਾਲ। ਜਾਣਦੇ ਆਪਾਂ ਸਾਰੇ ਹੀ ਗੱਲ ਨੂੰ। ਉੱਤੇ ਲਿਖਤਾ ਉਹਨਾਂ ਨੇ ਆਪਣੇ ਗਲੋਂ ਲਾਤੇ, ਫਿਰ ਵੀ ਲੋਕ ਪੀ ਰਹੇ ਔਰ ਪੈਸੇ ਲੈ ਕੇ। ਇੱਕ ਪਾਸੇ ਬਾਣੀ ਕਹਿ ਰਹੀ ਹੈ ਕਿ ਨਾਮ ਰੂਪੀ ਅੰਮ੍ਰਿਤ ਪੀਓ ਜੀ, ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸਹੇਲਾ। ਫ੍ਰੀ ਉਹ ਅਸੀਂ ਲੈਣ ਨੂੰ ਤਿਆਰ ਨਹੀਂ, ਉਹ ਅਸੀਂ ਲੈਣ ਨੂੰ ਤਿਆਰ ਨਹੀਂ। ਕਿਉਂ? ਕਿਉਂਕਿ ਆਦਤ ਬਣ ਗਈ, ਬਸ ਇੱਕ ਸੁਭਾਅ ਬਣ ਗਿਆ। ਇੱਥੇ ਹੁਣ ਮਹਾਰਾਜ ਅਗਲੀ ਗੱਲ ਕਹਿੰਦੇ ਕਲ ਕਲਵਾਲੀ। ਕਲਯੁਗ ਇਹ ਸਮਾਂ ਜਿਹੜਾ ਹੈ ਇਹ ਜ਼ਮਾਨਾ ਜਿਹੜਾ ਇਹ ਸ਼ਰਾਬ ਦੀ ਮੱਟੀ ਬਣਿਆ ਪਿਆ। ਕਹਿੰਦੇ ਕਲਵਾਲੀ ਹੈ ਕਾਮ ਮਦ।
ਕਾਮ ਦੀ ਸ਼ਰਾਬ ਹੈ। ਮਨੁਆ ਪੀਵਣ ਹਾਰ, ਇਹ ਮਨ ਪੀਣ ਵਾਲਾ ਹੈ, ਮਨ ਇਹਨੂੰ ਪੀਂਦਾ ਵੇ, ਮਨ ਇਹਦੇ ਪਿੱਛੇ ਦੌੜਿਆ ਫਿਰਦਾ ਹੈ। ਕ੍ਰੋਧ ਕਟੋਰੀ ਮੋਹ ਭਰੀ, ਪੀ ਲਾਵਾ ਅਹੰਕਾਰ, ਅੰਦਰ ਕ੍ਰੋਧ ਦੀ ਕਟੋਰੀ ਹੈ, ਮੋਹ ਦੀ ਭਰੀ ਹੋਈ ਹੈ। ਔਗਣ ਨੇ ਸਾਰੇ ਬੰਦੇ ਅੰਦਰ ਆਈ ਜਾਂਦੇ ਸਾਰੇ। ਕਹਿੰਦੇ ਪਿਲਾਉਣ ਵਾਲਾ ਕੌਣ ਹੈ? ਹੰਕਾਰ। ਹੰਕਾਰ ਵਿੱਚ ਹੰਕਾਰਿਆ ਹੋਇਆ ਬੰਦਾ ਕ੍ਰੋਧੀ ਹੋਏਗਾ, ਹੰਕਾਰਿਆ ਹੋਇਆ ਬੰਦਾ ਲੋਭੀ ਹੋਏਗਾ, ਹੰਕਾਰਿਆ ਹੋਇਆ ਬੰਦਾ ਮੋਹ 'ਚ ਫਸਿਆ ਹੋਏਗਾ, ਹੰਕਾਰਿਆ ਹੋਇਆ ਬੰਦਾ ਹੀ ਕਾਮੀ ਹੋਏਗਾ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਕਹਿੰਦੇ ਵੇਖੋ ਮਜਲਸ ਬੈਠੀ ਅੰਦਰ ਪੂਰੀ ਛਾਉਣੀ ਲਾ ਕੇ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਸਾਰੀ ਉਹੀ ਝੂਠ ਤੇ ਲਾਲਚ ਦੀ ਮਜਲਸ ਹੈ। ਸਾਰੀ ਇਕੱਠੇ ਹੋਏ ਨੇ ਸ਼ਲਬੀ ਸਾਰੇ, ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਤੇ ਕਹਿੰਦੇ ਪੀ ਪੀ ਖੱਜਲ ਖਵਾਰ ਪਏ ਹੁੰਦੇ ਨੇ। ਜੋ ਕੁਝ ਪੀ ਰਹੇ ਨੇ ਇਹ ਸਾਰਾ ਹੀ ਸਾਰਾ ਖੱਜਲ ਖਵਾਰੀ, ਹੋਰ ਕੁਝ ਵੀ ਨਹੀਂ। ਫਿਰ ਕੀ ਕਰਨਾ ਚਾਹੀਦਾ? ਮਹਾਰਾਜ ਨਾਲ ਹੀ ਉੱਤਰ ਦਿੰਦੇ ਨੇ, ਕਰਨੀ ਲਾਹਣ ਸਤਿਗੁਰ, ਸੱਚ ਖਰਾ ਕਰ ਸਾਰ। ਹੁਣ ਮਹਾਰਾਜ ਕਹਿੰਦੇ ਭਾਈ ਚੰਗੇ ਕਰਮ ਨੇ ਜਿਹੜੇ, ਚੰਗੀ ਕਰਨੀ ਹੈ ਜਿਹੜੀ, ਇਹਦੀ ਮੱਟੀ ਬਣਾ, ਇਹਦੇ ਵਿੱਚ ਸ਼ਰਾਬ ਕੱਢ, ਚੰਗੇ ਕਰਮ ਕਰ। ਪਹਿਲਾਂ ਤਾਂ ਆਪਣੀ ਜਿਹੜੀ ਰਹਿਣੀ ਬਹਿਣੀ ਹੈ ਨਾ ਉਹ ਚੰਗੀ ਬਣਾ, ਆਪਣਾ ਕਰੈਕਟਰ ਜਿਹੜਾ ਹੈ ਉਹ ਉੱਚਾ ਰੱਖ, ਸਤ ਵਾਲਾ ਰੱਖ। ਕਰਨੀ ਲਾਹਣ ਸਤਿਗੁਰ, ਇਹ ਤੇਰੀ ਲਾਹਣ ਹੈ, ਸੱਚਾ ਸੁੱਚਾ ਜੀਵਨ ਤੇਰਾ ਗੁੜ ਹੈ। ਸੱਚ ਦਾ ਗੁੜ ਪਾ ਵਿੱਚ ਮਗਨ, ਸੱਚ ਖਰਾ ਕਰ ਸਾਰ, ਤੇ ਸੱਚੇ ਨਾਮ ਦੀ ਸ਼ਰਾਬ ਕੱਢ, ਭਾਵ ਗੁਣ ਪੈਦਾ ਕਰ ਉਹਦੇ 'ਚ। ਉੱਚਾ ਸੁੱਚਾ ਜੀਵਨ ਜਿਉਂਦਿਆਂ ਹੋਇਆਂ ਸੱਤ ਨਾਲ ਜੁੜ ਕੇ, ਸੱਚ ਨਾਲ ਜੁੜ ਕੇ ਆਪਣਾ ਵਧੀਆ ਜੀਵਨ ਵਿੱਚੋਂ ਉਹ ਗੁਣ ਪੈਦਾ ਕਰ। ਕਿਹੜੇ? ਸ਼ੁਭ ਗੁਣ ਨੇ ਜਿਹੜੇ। ਗੁਣ ਮੰਡੇ ਕਰ ਘਿਓ, ਸੀਲ ਘਿਓ, ਸ਼ਰਮ ਮਾਸ ਆਹਾਰ। ਕਿਉਂਕਿ ਸ਼ਰਾਬੀ ਲੋਕ ਨਾਲ ਖਾਣ ਨੂੰ ਚੀਜ਼ਾਂ ਭਾਲਦੇ ਨੇ, ਤੇ ਮਾਰੇ ਕਹਿੰਦੇ ਜਿਹੜੇ ਤੇਰੇ ਗੁਣ ਨੇ ਨਾ ਉਹ ਤੇਰੇ ਮੰਡੇ, ਚੰਗੀਆਂ ਰੋਟੀਆਂ ਨੇ ਵਧੀਆ ਨਾਲ। ਸੀਲ ਘਿਓ, ਸੀਲ ਚੰਗਾ ਸੁਭਾਅ, ਇਹ ਤੇਰੇ ਘਿਓ ਵਾਂਗੂ ਹੈ ਨਾਲ। ਸ਼ਰਮ ਮਾਸ ਆਹਾਰ, ਤੇ ਮਿਹਨਤ ਤੇਰੇ ਮਾਸ ਦਾ ਆਹਾਰ ਹੈ। ਕਿ ਕੁਛ ਸ਼ਰਾਬੀ ਲੋਕ ਨਾਲ ਮਾਸ ਭਾਲਦੇ ਨੇ, ਕਹਿੰਦੇ ਚੰਗੀ ਮਿਹਨਤ ਕਰਨੀ ਹੀ ਤੇਰਾ ਸ਼ਰਾਬ ਹੈ। ਜਿਹੜਾ ਗੁਰਮੁਖ ਹੈ ਉਹਦੀ ਰਹਿਣੀ ਬਹਿਣੀ ਕੀ ਹੈ? ਫਿਰ ਉਹਦਾ ਇੱਕ ਤਾਂ ਕਰੈਕਟਰ ਉੱਚਾ ਹੈ, ਆਪਣਾ ਜੀਵਨ ਉੱਚਾ ਰੱਖਦਾ ਹੈ, ਸੱਚੇ ਸੁੱਚੇ ਜੀਵਨ ਵਾਲਾ ਰਹਿੰਦਾ ਹੈ, ਤੇ ਸੱਚ ਨਾਲ ਜੁੜਿਆ ਹੋਇਆ, ਗੁਣਾਂ ਨਾਲ ਭਰਪੂਰ ਹੋ ਕੇ। ਤੇ ਮਹਾਰਾਜ ਕਹਿੰਦੇ ਫਿਰ ਉਹ ਮਿਹਨਤੀ ਹੁੰਦਾ ਹੈ, ਉਹ ਵੇਲੜ ਨਹੀਂ ਹੁੰਦਾ, ਉਹ ਕੰਮ ਕਰਕੇ ਕਿਰਤ ਕਰਕੇ ਰੋਟੀ ਖਾਂਦਾ ਹੈ। ਗੁਰਮੁਖ ਪਾਈਐ ਨਾਨਕਾ, ਕਾਦੇ ਜਾਏ ਵਿਕਾਰ। ਇਸ ਤਰ੍ਹਾਂ ਦਾ ਜੀਵਨ ਗੁਰਮੁਖ ਬਣ ਕੇ, ਗੁਰੂ ਵਾਲਾ ਬਣ ਕੇ ਹੀ ਪਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਖਾਣਾ ਖਾਣ ਨਾਲ, ਆਹ ਖਾਣਾ ਜਿਹੜਾ ਹੱਕ ਸੱਚ ਦੀ ਕਮਾਈ ਖਾਣ ਨਾਲ, ਕਹਿੰਦੇ ਤੇਰੇ ਅੰਦਰਲੇ ਵਿਕਾਰ ਚਲੇ ਜਾਣਗੇ। ਅੰਦਰਲੇ ਜਿਹੜੇ ਵਿਕਾਰ ਪੈਦਾ ਹੁੰਦੇ ਨੇ ਨਾ ਉਹ ਤਾਂ ਜਾਣਗੇ ਜੇ ਤੇਰਾ ਜੀਵਨ ਉੱਚਾ ਸੁੱਚਾ ਹੋਏਗਾ, ਜੇ ਤੇਰਾ ਕਰੈਕਟਰ ਉੱਚਾ ਹੋਏਗਾ, ਸੱਚ ਨਾਲ ਜੁੜਿਆ ਹੋਏਗਾ, ਆਪਣਾ ਜੀਵਨ ਕਹਿਣੀ ਤੇ ਕਥਨੀ ਵਿੱਚ ਫਰਕ ਨਹੀਂ ਹੋਏਗਾ। ਕਹਿੰਦੇ ਫੇਰ ਤੇਰਾ ਖਾਣਾ, ਤੇਰਾ ਰਹਿਣਾ, ਜਿਹਦੇ ਨਾਲ ਤੇਰੇ ਅੰਦਰੋਂ ਵਿਕਾਰ ਚਲੇ ਜਾਣਗੇ, ਇਹ ਖਾ, ਇਹ ਅਸਲੀ ਜੀਵਨ ਦੀ ਮਸਤੀ ਹੈ। ਹਾਂਜੀ। ਮਰਦਾਨਾ ਪਹਿਲਾ, ਮਰਦਾਨਾ ਪਹਿਲਾ, ਕਾਇਆ ਲਾਹਣ ਆਪ ਮਦ, ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਧਾਤ, ਤ੍ਰਿਸ਼ਨਾ ਧਾਤ, ਮਨਸਾ ਕਟੋਰੀ ਕੂੜ ਭਰੀ, ਮਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮਕਾਲ, ਆਏ ਚਮਕਾਲ, ਇਤ ਮਦ ਪੀਤੈ ਨਾਨਕਾ, ਮਦ ਪੀਤੈ ਨਾਨਕਾ, ਬਹੁਤੇ ਖਟੇ ਬਿਕਾਰ, ਬਹੁਤੇ ਖਟੀਆਂ ਵਿਕਾਰ। ਮਰਦਾਨਾ ਪਹਿਲਾ, ਕਾਇਆ ਲਾਹਣ ਆਪ ਮਦ, ਮਜਲਸ ਤ੍ਰਿਸ਼ਨਾ ਧਾਤ।
ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਨੂੰ ਅਗਲੀ ਗੱਲ ਸਮਝਾਉਂਦੇ ਨੇ ਕਿ ਮਰਦਾਨਾ ਜੀ, ਕਾਇਆ ਲਾਹਣ, ਇਸ ਕਾਇਆ ਨੂੰ ਲਾਹਣ ਬਣਾ ਲਿਆ ਲੋਕਾਂ ਨੇ। ਬਟ ਕੀ ਬਣਾ ਲਿਆ? ਆਪ ਮਦ ਵਿੱਚ ਮਦ ਸ਼ਰਾਬ ਪਈ ਹੈ, ਹਉਮੈ ਦੀ, ਮੈਂ ਦੀ, ਆਪ ਦੀ। ਮਜਲ ਤ੍ਰਿਸ਼ਨਾ ਧਾਤ, ਇਸ ਹਉਮੈ ਨੂੰ ਪੀਣ ਵਾਲੀ ਨਾਲ ਮਜਲਸ ਕਾਹਦੀ ਲੱਗੀ ਹੋਈ? ਤ੍ਰਿਸ਼ਨਾਵਾਂ ਦੀ। ਤ੍ਰਿਸ਼ਨਾਵਾਂ ਦੀ ਮਜਲਸ ਬਣੀ ਬੈਠੀ ਆਲੇ ਦੁਆਲੇ, ਉਹਨੂੰ ਪੀਣ ਵਾਲੇ। ਤ੍ਰਿਸ਼ਨਾਵਾਂ ਬਹੁਤ ਨੇ ਇਸ ਮਨ ਵਿੱਚ। ਇਸ ਮਨਸਾ ਕਟੋਰੀ ਕੂੜ ਭਰੀ, ਪੀ ਲਾਏ ਜਮਕਾਲ। ਤੇ ਅੰਦਰ ਖਾਸ਼ਾਂ ਬੜੀਆਂ, ਮਨਸਾ ਬੜੀਆਂ, ਮਨ ਦੀਆਂ ਇਛਾਵਾਂ ਬੜੀਆਂ ਅੰਦਰ। ਮਨਸਾ ਜਿਹੜੀਆਂ ਨੇ ਨਾ, ਮਨਸਾ ਕਟੋਰੀ ਕੂੜ ਭਰੀ, ਜਿੰਨੀਆਂ ਖਾਸ਼ਾਂ ਮਨ ਦੀਆਂ ਨੇ ਸਾਰੀਆਂ ਸਾਰੀਆਂ ਝੂਠ ਦੀਆਂ ਭਰੀਆਂ ਹੋਈਆਂ। ਪੀ ਲਾਏ ਜਮਕਾਲ, ਕਹਿੰਦੇ ਸਾਰੀ ਸਾਰੀ ਉਸ ਕੂੜ ਨੇ ਭਰ ਭਰ ਕੇ ਝੂਠ ਨੇ ਪਿਆਈਆਂ ਇਸ ਮਨ ਨੂੰ। ਇਤਮਦ ਪੀਤਾ ਨਾਨਕਾ, ਬਹੁਤੇ ਖਟੀਆਂ ਵਿਕਾਰ। ਜਿਹੜੇ ਫਿਰ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ, ਹਉਮੈ ਵਾਲੀ ਜ਼ਿੰਦਗੀ 'ਚ, ਮਸਤੀ 'ਚ ਬੈਠੇ ਨੇ ਜਿਹੜੇ, ਕਹਿੰਦੇ ਇਸ ਤਰ੍ਹਾਂ ਜਿਹੜੇ ਸ਼ਰਾਬ ਪੀਂਦੇ ਨੇ, ਕਹਿੰਦੇ ਵਿਕਾਰ ਪੈਦਾ ਕਰਦੇ ਨੇ। ਅੰਦਰ ਵਿਕਾਰ ਹੀ ਖੱਟੇ, ਹੋਰ ਕੁਝ ਪੱਲੇ ਨਾ ਪਿਆ ਇਸ ਤਰ੍ਹਾਂ ਦਾ ਜੀਵਨ ਜਿਉਣ ਨਾਲ। ਹਾਂਜੀ। ਗਿਆਨ ਗੁੜ ਸਾਲਾਹ ਮੰਡੇ, ਗਿਆਨ ਗੁੜ ਸਾਲਾਹ ਮੰਡੇ। ਭਉ ਮਾਸ ਆਹਾਰ, ਭਉ ਮਾਸ ਆਹਾਰ। ਨਾਨਕ ਇਹ ਭੋਜਨ ਸੱਚ ਹੈ, ਨਾਨਕ ਇਹ ਭੋਜਨ ਸੱਚ ਹੈ। ਸੱਚ ਨਾਮ ਆਧਾਰ, ਗਿਆਨ ਗੁੜ ਸਾਲਾਹ ਮੰਡੇ, ਭਉ ਮਾਸ ਆਹਾਰ। ਮਹਾਰਾਜ ਨੇ ਹਰ ਚੀਜ਼ ਦਾ ਬੜੇ ਵਧੀਆ ਢੰਗ ਨਾਲ ਸਾਨੂੰ ਸਮਝਾਇਆ, ਪਰ ਅਸੀਂ ਫਿਰ ਵੀ ਪੁੱਛੀ ਜਾਂਦੇ ਹਾਂ ਸਾਨੂੰ ਕੀ ਖਾਣਾ ਚਾਹੀਦਾ ਜੀ। ਮਹਾਰਾਜ ਆਹ ਖਾਣ ਨੂੰ ਕਹਿੰਦੇ ਨੇ ਵੀ ਜੇ ਆਪਣੀ ਜ਼ਿੰਦਗੀ ਜਿਉਣੀ ਹੈ, ਤੂੰ ਖਾਣਾ ਹੀ ਭੋਜਨ ਖਾਣਾ ਹੈ ਤਾਂ ਆਹ ਖਾ। ਗਿਆਨ ਗੁੜ, ਕਹਿੰਦੇ ਇਸ ਲਾਹਣ ਦੇ ਵਿੱਚ ਗਿਆਨ ਦਾ ਗੁੜ ਪਾ, ਨੌਲੇਜ। ਸਾਲਾਹ ਮੰਡੇ, ਸਿਫਤ ਸਲਾਹ ਦੀਆਂ ਰੋਟੀਆਂ ਨਾਲ। ਭਉ ਮਾਸ ਆਹਾਰ, ਉਸ ਪਰਮਾਤਮਾ ਦਾ ਡਰ ਹਮੇਸ਼ਾ ਰੱਖ, ਇਹ ਤੇਰਾ ਮਾਸ ਖਾਣਾ ਹੈ, ਇਹੀ ਤੇਰਾ ਮਾਸ ਹੈ। ਕਹਿੰਦੇ ਉਹਦੇ ਭਾਵ ਵਿੱਚ ਰਹਿ। ਲੋਕ ਮਾਸ ਖਾਣ ਪਿੱਛੇ ਬੜੀ ਦੂਰ ਤੱਕ ਭੱਜਦੇ ਨੇ, ਜਾਂਦੇ ਨੇ, ਤੇ ਮੈਂ ਕਹਿੰਦਾ ਤੁਹਾਨੂੰ ਮਾਸ ਖਾਣ ਦੀ ਜ਼ਰੂਰਤ ਨਹੀਂ, ਉਹਦੇ ਭਾਵ ਵਿੱਚ ਰਹਿਣਾ ਹੀ ਤੇ ਮਾਸ ਖਾਣਾ ਹੈ। ਨਾਨਕ ਇਹ ਭੋਜਨ ਸੱਚ ਹੈ। ਮਹਾਰਾਜ ਕਹਿੰਦੇ ਇਹ ਸੱਚ ਦਾ ਭੋਜਨ ਹੈ। ਗਿਆਨਵਾਨ ਹੋ ਕੇ ਜਿਉਣਾ, ਉਹਦੀ ਸਿਫਤ ਸਲਾਹ ਕਰਨੀ, ਉਹਦੇ ਭਾਵ ਵਿੱਚ ਰਹਿਣਾ। ਇਹ ਤਿੰਨ ਗੱਲਾਂ ਜਿਹੜਾ ਵੀ ਵਿਅਕਤੀ ਰੱਖਦਾ ਹੈ, ਤੇ ਮੈਂ ਕਹਿੰਦਾ ਉਹ ਅਸਲੀ ਭੋਜਨ ਖਾਂਦਾ ਹੈ। ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਸਰਾ ਹੈ ਨਾ, ਇਸ ਤਰ੍ਹਾਂ ਜਿਹੜੇ ਜੀਵਨ ਆਪਣਾ ਜਿਉਂਦੇ ਨੇ, ਉਹ ਅਸਲੀ ਭੋਜਨ ਖਾਂਦੇ ਨੇ। ਸੱਚ ਦਾ ਭੋਜਨ ਉਹ ਹੈ। ਹਾਂਜੀ। ਕਾਇਆ ਲਾਹਣ ਆਪ ਮਦ, ਕਾਇਆ ਲਾਹਣ ਆਪ ਮਦ। ਅੰਮ੍ਰਿਤ ਤਿਸ ਕੀ ਧਾਰ, ਅੰਮ੍ਰਿਤ ਤਿਸ ਕੀ ਧਾਰ। ਸਤ ਸੰਗਤ ਸਿਉ ਮੇਲਾਪ ਹੋਏ, ਸਤ ਸੰਗਤ ਸਿਉ ਮੇਲਾਪ ਹੋਏ। ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਵਿਕਾਰ। ਤੇ ਮਹਾਰਾਜ ਨੇ ਤੀਜਾ ਬੰਦ ਆਰੰਭ ਕੀਤਾ, ਸਾਨੂੰ ਸਮਝਾਇਆ ਬੜੇ ਪਿਆਰ ਨਾਲ। ਕਾਇਆ ਲਾਹਣ ਆਪ ਮਦ, ਅੰਮ੍ਰਿਤ ਤਿਸ ਕੀ ਧਾਰ। ਤੇ ਮੈਂ ਕਹਿੰਦਾ ਇਸ ਕਾਇਆ ਰੂਪੀ ਮਟਕੀ ਜਿਹੜੀ ਲਾਹਣ ਹੈ ਨਾ, ਇਹਦੇ ਵਿੱਚ ਕੀ ਕਰਨਾ ਕਰ, ਕਹਿੰਦੇ ਆਪਣੇ ਆਪ ਦੀ ਸੋਝੀ ਰੱਖ। ਪਹਿਲਾਂ ਤਾਂ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਵੇ। ਪਹਿਲਾਂ ਤੇ ਆਪਣੇ ਆਪ ਦੀ ਸੋਝੀ ਰੱਖ। ਪਰ ਬੜੀ ਹੈਰਾਨੀ ਹੁੰਦੀ ਹੈ ਸਾਨੂੰ ਇਸ ਗੱਲ ਦੀ, ਸਾਨੂੰ ਆਪਣੀ ਸੋਝੀ ਨਹੀਂ ਹੈ। ਗਲੀ 'ਚ ਨਾ ਅਖੀਰਲੇ ਘਰ ਤੱਕ ਸਾਨੂੰ ਸਾਰਿਆਂ ਦੀ ਸੋਝੀ ਹੈ। ਕਿਹੜਾ ਬੰਦਾ ਕਿਹੋ ਜਿਹਾ, ਕਿਹੜਾ ਬੰਦਾ ਕਿਹੋ ਜਿਹਾ, ਕਦੋਂ ਆਉਂਦਾ ਹੈ, ਕਦੋਂ ਜਾਂਦਾ ਹੈ, ਕਿੱਥੇ ਬਹਿੰਦਾ, ਕਿੱਥੇ ਖਾਂਦਾ, ਸਾਨੂੰ ਪਤਾ ਹੈ। ਉਹ 'ਚ ਕਿਹੜੇ ਕਿਹੜੇ ਗੁਣ ਨੇ, ਕਿਹੜੇ ਕਿਹੜੇ ਔਗਣ ਨੇ, ਸਾਨੂੰ ਪਤਾ ਹੈ। ਪਰ ਆਪਣੇ ਬਾਰੇ ਨਹੀਂ ਪਤਾ। ਜਦੋਂ ਆਪਣੇ ਬਾਰੇ ਨਹੀਂ ਪਤਾ ਜਿਹਨੂੰ, ਉਹਨੂੰ ਅਸੀਂ ਫਿਰ ਪਾਗਲ ਕਹਿੰਦੇ ਹਾਂ। ਦੇਖੋ ਸਾਡੀ ਜ਼ਿੰਦਗੀ ਕੀ ਹੈ।
ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਇਹ ਚੀਜ਼ ਆ ਗਈ ਨਾ ਸਮਝੀ, ਆਪਣੇ ਕਾਇਆਂ ਵਿੱਚ ਜਿਨ੍ਹਾਂ ਨੇ ਸ਼ਰਾਬ ਪਾਈ, ਆਪਣੇ ਮਸਤੀ 'ਚ ਆਨੰਦ 'ਚ ਆਪ ਮਦ ਅੰਮ੍ਰਿਤ ਤਿਸ ਕੀ ਧਾਰ, ਮਹਾਰਾਜ ਕਹਿੰਦੇ ਉਹਦੀ ਧਾਰਾ ਨਾ ਜਿਹੜੀ ਫਿਰ ਅੰਮ੍ਰਿਤ ਦੇ ਅੰਦਰ ਵਗਦੀ ਹੈ ਉਹਨਾਂ ਦੇ, ਜਿਹੜੇ ਆਪਣੇ ਆਪ ਨੂੰ ਖੋਜਦੇ ਨੇ, ਜਿਹੜੇ ਆਪਣੇ ਔਗੁਣਾ ਗੁਣਾਂ ਨੂੰ ਤੋਲਦੇ ਨੇ ਨਾ ਗੁਰੂ ਦੀ ਮੱਤ ਲੈ ਕੇ, ਤੇ ਮਹਾਰਾਜ ਕਹਿੰਦੇ ਉਹਨਾਂ ਅੰਦਰ ਇਹ ਧਾਰਾ ਵਗ ਪੈਂਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਜਿਹੜਾ ਅਵਸਥਾ ਹੈ ਨਾ ਉਹਨਾਂ ਦੀ ਇਹ ਬਣਦੀ ਹੈ। ਇਸ ਤਰ੍ਹਾਂ ਸਤ ਸੰਗਤ ਸਿਉ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟੈ ਵਿਕਾਰ। ਤਰੀਕਾ ਦੱਸਿਆ ਸਾਨੂੰ ਮਹਾਰਾਜ ਨੇ ਕਿ ਸਤ ਸੰਗਤ ਵਿੱਚ ਆ ਕੇ ਮਿਲਾਪ ਕਰ, ਜੁੜ, ਮਿਲ ਕੇ ਬੈਠ ਗੁਰੂ ਨਾਲ, ਗੁਰੂ ਦੀ ਗੱਲ ਨੂੰ ਸੁਣ, ਵਿਚਾਰ। ਕਹਿੰਦੇ ਲਿਵ ਕਟੋਰੀ, ਉਸ ਮਾਰਤ ਪਰਮਾਤਮਾ ਦੇ ਪ੍ਰੇਮ ਦਾ ਭਰਿਆ ਹੋਇਆ ਗਿਆਨ, ਨੌਲੇਜ, ਉਸ ਨੂੰ ਪੀ, ਆਪਣੇ ਹਿਰਦੇ ਵਿੱਚ ਵਸਾ, ਜਿਹਨੂੰ ਪੀ ਪੀ ਕੇ ਨਾਮ ਰੂਪੀ ਅੰਮ੍ਰਿਤ ਨੂੰ ਤੇਰੇ ਅੰਦਰਲੇ ਵਿਕਾਰ ਕੱਟੇ ਜਾਣਗੇ, ਤੇਰੇ ਅੰਦਰਲੇ ਵਿਕਾਰ ਕੱਟੇ ਜਾਣਗੇ। ਮੈਂ ਕਹਿੰਦਾ ਇਸ ਤਰ੍ਹਾਂ ਕੱਟੇ ਜਾਣਗੇ ਵਿਕਾਰ, ਨਹੀਂ ਤੇ ਇਹ ਮਨ ਵਿਕਾਰਾਂ ਦਾ ਭਰਿਆ ਹੋਇਆ। ਇਹਨਾਂ ਨੂੰ ਕੱਟਣ ਦਾ ਤਰੀਕਾ ਇੱਕੋ ਹੀ ਹੈ ਕਿ ਸਤ ਸੰਗਤ ਵਿੱਚ ਆ ਕੇ ਪੂਰੇ ਲਿਵ ਨਾਲ, ਪੂਰੀ ਇਕਾਗਰਤਾ ਨਾਲ ਉਸ ਮਾਲਕ ਨਾਲ ਜੁੜ, ਤੇਰੇ ਅੰਦਰਲੇ ਵਿਕਾਰ ਇੰਝ ਕੱਟੇ ਜਾਣਗੇ। ਹਾਂਜੀ। ਪੌੜੀ ਪੌੜੀ ਆਪੇ ਸੁਰ ਨਰ ਗਣ ਗੰਧਰਵਾ ਆਪੇ, ਆਪੇ ਸੁਰ ਨਰ ਗਣ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ, ਆਪੇ ਖਟ ਦਰਸ਼ਨ ਕੀ ਬਾਣੀ, ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਕਥ ਕਹਾਣੀ, ਆਪੇ ਗੁਰਮੁਖ ਅਕਥ ਕਹਾਣੀ। ਪੌੜੀ ਆਪੇ ਸੁਰ ਨਰ ਗਣ ਗੰਧਰਵਾ, ਆਪੇ ਖਟ ਦਰਸ਼ਨ ਕੀ ਬਾਣੀ। ਹੁਣ ਮਹਾਰਾਜ ਕਹਿੰਦੇ ਭਾਈ ਅਸੀਂ ਕਹਿ ਦਈਏ ਕਿ ਫਲਾਨਾ ਮਨੁੱਖ ਚੰਗਾ ਹੈ, ਮਾੜਾ ਹੈ, ਕਹਿੰਦੇ ਨਹੀਂ, ਕਿਉਂਕਿ ਸਾਰਿਆਂ ਵਿੱਚ ਉਹ ਆਪ ਸਮਾਇਆ ਹੋਇਆ ਹੈ। ਅਸੀਂ ਮੰਦਾ ਕਿਸ ਨੂੰ ਆਖੀਏ ਜਾਂ ਤੁਝ ਬਿਨ ਕੋਈ ਨਾ ਹੈ, ਅਸੀਂ ਕਿਹਨੂੰ ਕਹਿ ਸਕਦੇ ਹਾਂ? ਮੈਂ ਕਹਿੰਦਾ ਉਹ ਆਪ ਹੀ ਸੁਰ, ਦੇਵਤਾ, ਚੰਗਾ ਮਨੁੱਖ, ਨਰ, ਗਣ, ਗੰਧਰਵ, ਦੇਵਤਿਆਂ ਦੇ ਸੇਵਕ, ਦੇਵਤਿਆਂ ਦੇ ਅੱਗੋਂ ਵਜਾਉਣ ਵਾਲੇ ਵਾਜੇ। ਆਪੇ ਖਟ ਦਰਸ਼ਨ ਕੀ ਬਾਣੀ, ਆਪੇ ਸ਼ਿਵ ਸ਼ਾਸਤਰਾਂ ਦੀ ਬਾਣੀ ਜਾਣਨ ਵਾਲਾ ਉਹ ਆਪ ਹੈ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਕਿਉਂਕਿ ਦੇਵਤਿਆਂ ਦੇ ਤਿੰਨੇ ਆਗੂ ਮੰਨੇ ਗਏ ਨੇ, ਸ਼ਿਵ ਸ਼ੰਕਰ ਮਹੇਸ਼, ਇਹ ਤਿੰਨੇ ਕਹਿੰਦੇ ਉਹ ਆਪ ਹੀ ਹੈ। ਜੀਵਨ ਦੇਣ ਵਾਲਾ ਉਹਨਾਂ ਨੂੰ ਆਪ ਹੈ। ਆਪੇ ਗੁਰਮੁਖ, ਆਪੇ ਹੀ ਗੁਰੂ ਵਾਲਾ ਬਣ ਕੇ ਇਸ ਅਕਥ ਦੀ ਕਹਾਣੀ ਨੂੰ ਜਾਣਨ ਵਾਲਾ ਵੀ ਉਹ ਆਪ ਹੀ ਹੈ। ਹਾਂਜੀ। ਆਪੇ ਜੋਗੀ ਆਪੇ ਭੋਗੀ, ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਬਿਬਾਣੀ, ਆਪੇ ਸਿਆਣਸੀ ਫਿਰੈ ਬਿਬਾਣੀ, ਆਪੈ ਨਾਲ ਗੋਸ਼ਟ ਆਪ ਉਪਦੇਸੈ, ਆਪੈ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ, ਆਪਣਾ ਚੋਜ ਕਰ ਵੇਖੈ ਆਪੇ, ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ, ਆਪੇ ਜੋਗੀ ਆਪੇ ਭੋਗੀ, ਆਪੇ ਸੰਨਿਆਸੀ ਫਿਰੈ ਬਿਬਾਣੀ। ਮਹਾਰਾਜ ਕਹਿੰਦੇ ਤੇ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ। ਜਿਹੜੇ ਘਰ ਬਾਰ ਛੱਡਿਆ ਜਿਨ੍ਹਾਂ ਨੇ ਉਹਨਾਂ ਵਿੱਚ ਵੀ ਤੂੰ ਵਸਦਾ ਹੈ, ਜਿਹੜੇ ਗ੍ਰਸਤੀ ਨੇ ਉਹਨਾਂ ਵਿੱਚ ਹੀ ਤੂੰ ਵਸਦਾ ਹੈ, ਜਿਹੜੇ ਵੀ ਮੜੀਆਂ ਮਸਾਣਾਂ 'ਚ ਬੈਠੇ ਸੰਨਿਆਸ ਲੈ ਕੇ ਬੈਠੇ ਨੇ ਤੇਰੇ ਦਰਸ਼ਨਾਂ ਦੀ ਖਾਤਰ, ਉਹਨਾਂ ਵਿੱਚ ਵੀ ਤੂੰ ਵਸਦਾ ਹੈ। ਕਿਹੋ ਜੀ ਕਿਸੇ ਦੀ ਬਿਰਤੀ ਬਣਾ ਦਿੰਦਾ, ਇਹ ਕਿਸੇ ਦੇ ਵੱਸ ਨਹੀਂ। ਆਪੈ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ। ਆਪਣੇ ਆਪ ਨਾਲ ਜਦੋਂ ਬੰਦਾ ਗੋਸ਼ਟ ਕਰਦਾ, ਗੱਲਬਾਤ ਕਰਦਾ, ਕਹਿੰਦੇ ਫਿਰ ਤੂੰ ਆਪ ਹੀ ਕਰਦਾ ਅੰਦਰ। ਉਪਦੇਸ਼ ਦਾ ਵੀ ਤੂੰ ਆਪ ਹੀ ਹੈ ਅੰਦਰੋਂ। ਆਪੇ ਸੁਗੜ ਸਰੂਪ ਸਿਆਣੀ, ਚੰਗੇ ਸਰੂਪ ਵਾਲਾ ਸਿਆਣਾ ਬਣਾਉਣ ਵਾਲਾ ਵੀ ਫਿਰ ਤੂੰ ਆਪ ਹੀ ਹੈ। ਤੂੰ ਆਪ ਹੀ ਕਿਰਪਾ ਕਰਦਾ ਹੈ, ਅੰਦਰੋਂ ਗਿਆਨ ਪ੍ਰਗਟ ਹੁੰਦਾ ਬੰਦੇ ਦੇ,
ਉਹਨੂੰ ਸੋਝੀ ਆਉਂਦੀ ਹੈ, ਅਗਲਾ ਕਹਿੰਦਾ ਜੀ ਮੈਨੂੰ ਹੁਣ ਸੁਰਤ ਆਈ, ਮੈਨੂੰ ਪਤਾ ਹੀ ਲੱਗਿਆ ਹੁਣ। ਉਹ ਕਦੋਂ ਕਹਿੰਦਾ ਹੈ? ਜਦੋਂ ਗੁਰੂ ਕਿਰਪਾ ਕਰਦਾ ਹੈ, ਜਦੋਂ ਬਖਸ਼ਿਸ਼ ਕਰਦਾ ਹੈ। ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆਂ ਕਾ ਹੈ ਜਾਣੀ। ਵੇਖੋ ਇਹ ਜ਼ਿੰਦਗੀ ਦੇ ਚੋਜ ਨੇ, ਰੰਗ ਤਮਾਸ਼ੇ ਨੇ। ਇਹ ਸੰਸਾਰ ਇੱਕ ਬਹੁਤ ਵੱਡਾ ਰੰਗ ਮੰਚ ਹੈ। ਇਸ ਰੰਗ ਮੰਚ ਨੂੰ, ਇਸ ਖੇਡ ਨੂੰ, ਇਸ ਤਮਾਸ਼ੇ ਨੂੰ ਕਰਕੇ ਵੇਖ ਵੀ ਰਿਹਾ ਤੇ ਮਾਲਕ ਨੇ ਸਾਰਿਆਂ ਜੀਵਾਂ ਦੇ ਅੰਦਰ ਦੀ ਗੱਲ ਨੂੰ ਜਾਣਨ ਵਾਲਾ ਵੀ ਤੂੰ ਆਪ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮਗਰ ਸਾਰੇ ਹੀ ਜਾਣਦਾ, ਚੰਗਿਆਂ ਦੀ ਵੀ ਮਾੜਿਆਂ ਦੀ ਵੀ। ਅੰਦਰ ਦੀ ਗੱਲ ਤੂੰ ਸਭ ਦੀ ਜਾਣਦਾ ਹੈ। ਕਿਸ ਸਥਿਤੀ 'ਤੇ ਹੈ ਕੋਈ, ਉਹਦੇ ਬਾਰੇ ਤੇਰੇ ਕੋਲੋਂ ਕੋਈ ਲੁਕਾਇਆ ਛੁਪਾਇਆ ਨਹੀਂ ਜਾ ਸਕਦਾ, ਕਿਉਂਕਿ ਤੂੰ ਸਭ ਦੀਆਂ ਜਾਣਦਾ ਹੈ। ਹਾਂਜੀ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਮਹੱਲਾ ਤੀਜਾ। ਇਹਾ ਸੰਧਿਆ ਪਰਵਾਣ ਹੈ, ਇਹਾ ਸੰਧਿਆ ਪਰਵਾਣ ਹੈ। ਜਿਤ ਹਰ ਪ੍ਰਭ ਮੇਰਾ ਚਿਤ ਆਵੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਹਰਿ ਸਿਉ ਪ੍ਰੀਤ ਊਪਜੈ, ਹਰਿ ਸਿਉ ਪ੍ਰੀਤ ਉਪਜੈ। ਮਾਇਆ ਮੋਹ ਜਲਾਵੈ, ਜਲਾਵੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੈ ਮਨ ਮੁਖੀ ਜਿਉ ਨਾ ਟਿਕੈ, ਨਾਨਕ ਸੰਧਿਆ ਮਨ ਮੁਖੀ ਜਿਉ ਨਾ ਟਿਕੈ। ਮਰ ਜੰਮੈ ਹੋਏ ਖੁਆਰ। ਸ਼ਲੋਕ ਮਹੱਲਾ ਤੀਜਾ। ਇਹਾ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ। ਕਿਉਂਕਿ ਸੰਧਿਆ ਕਰਨੀ ਸਵੇਰੇ ਸ਼ਾਮ ਦੁਪਹਿਰੇ ਪੂਜਾ ਕਰਨ ਨੂੰ ਸੰਧਿਆ ਕਰਨਾ ਕਹਿੰਦੇ ਨੇ। ਨਿਤਨੇਮ ਕਹਿੰਦੇ ਆਪਣੀ ਭਾਸ਼ਾ 'ਚ ਆਪਾਂ। ਮਗਰ ਨਿੰਦਿਆ ਹੋਏ ਨਿਤਨੇਮ ਕਰਨਾ ਤਾਂ ਹੀ ਪ੍ਰਵਾਨ ਹੈ ਜੇ ਉਹ ਮੇਰਾ ਪ੍ਰਭੂ ਚੇਤੇ ਆ ਜਾਏ। ਉਂਝ ਅਸੀਂ ਪਾਠ ਕਰ ਰਹੇ ਹੁੰਦੇ ਹਾਂ ਪਰ ਫਿਰਦੇ ਕਿਤੇ ਹੋਰ ਹੁੰਦੇ ਹਾਂ। ਪਤਾ ਨਹੀਂ ਲੱਗਦਾ ਕਿ ਜਪਜੀ ਸਾਹਿਬ ਨਿਕਲ ਗਿਆ। ਅਸੀਂ ਆਨੰਦ ਸਾਹਿਬ 'ਤੇ ਆਏ ਹੁੰਦੇ ਹਾਂ, ਜ਼ਬਾਨ ਨਾਲ ਬੋਲ ਰਹੇ ਹੁੰਦੇ ਹਾਂ, ਪਰ ਜਿਹਨੇ ਪੜ੍ਹਨਾ ਜਿਹਨੇ ਸੁਣਨਾ ਸੀ ਉਹ ਕਿਤੇ ਨਿਕਲ ਗਿਆ। ਕਹਿੰਦੇ ਪ੍ਰਵਾਨ ਕਬੂਲ ਉਹੀ ਹੈ ਜਿਹੜੀ ਇੱਕ ਮਨ ਇਕਾਗਰਤਾ ਨਾਲ ਕੀਤਾ ਕੋਈ ਕੰਮ। ਹਰਿ ਸਿਉ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਜਦੋਂ ਸੰਧਿਆ ਕਰਨ ਨਾਲ, ਜਦੋਂ ਨਿਤਨੇਮ ਕਰਨ ਨਾਲ ਸਾਡੀ ਪ੍ਰੀਤ ਉਸ ਮਾਰਗ ਨਾਲ ਪੈਦਾ ਹੋ ਜਾਏ, ਅੰਦਰੋਂ ਮੋਹ ਖਤਮ ਹੁੰਦਾ ਜਾਏ, ਫਿਰ ਸਾਡੀ ਸੰਧਿਆ ਕੀਤੀ, ਸਾਡੀ ਪੂਜਾ ਕੀਤੀ, ਸਾਡਾ ਪਾਠ ਕੀਤਾ ਕਬੂਲ ਹੈ। ਗੁਰ ਪ੍ਰਸਾਦੀ ਦੁਬਦਾ ਮਰੈ, ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਅਗਲੀ ਗੱਲ ਕੀਤੀ ਕਹਿੰਦੇ ਮਹਾਰਾਜ ਨੇ, ਕਹਿੰਦੇ ਗੁਰੂ ਦੀ ਕਿਰਪਾ ਨਾਲ ਜੇ ਅੰਦਰੋਂ ਦੋ ਚਿੱਤੀ ਖਤਮ ਹੋ ਜਾਏ, ਮਨ ਸਥਿਰ ਹੋ ਜਾਏ, ਜੋ ਅਸੀਂ ਪੜ੍ਹਦੇ ਪਏ ਹਾਂ ਉਹ 'ਤੇ ਵਿਚਾਰ ਵੀ ਕਰਦੇ ਹੋਈਏ, ਨਾਲ ਜੋ ਪੜ੍ਹਦੇ ਜਾ ਰਹੇ ਹਾਂ ਨਾ ਉਹਦੇ ਨਾਲ ਅੰਦਰ ਵਿਚਾਰ ਵੀ ਚੱਲਦੀ ਹੋਵੇ, ਤਾਂ ਜੇ ਦੋ ਚਿੱਤੀ 'ਚ ਹੈ ਫਿਰ ਨਹੀਂ। ਨਿਤਨੇਮ ਕਰਕੇ ਮੁੜ ਕੇ ਫਿਰ ਡੋਲੂ ਚੱਕਿਆ ਕਿਸੇ ਹੋਰ ਪਾਸੇ ਨੂੰ, ਨਿਤਨੇਮ ਕਰਕੇ ਮੁੜ ਕੇ ਮੜੀਆਂ ਦੇ ਦੀਵੇ ਫੇਰ ਲਾਉਂਦੇ ਫਿਰਦੇ ਆ ਵੀਰਵਾਰ ਨੂੰ, ਫਿਰ ਕੋਈ ਫਾਇਦਾ ਨਹੀਂ। ਕਹਿੰਦੇ ਕੋਈ ਫਾਇਦਾ ਨਹੀਂ, ਅੰਦਰ ਦੁਬਦਾ ਹੈ, ਦੋ ਚਿੱਤੀ ਅਜੇ ਹੈ। ਨਾਨਕ ਸੰਧਿਆ ਕਰੈ ਮਨਮੁਖੀ ਜਿਉ ਨਾ ਟਿਕੈ। ਮੈਂ ਕਹਿੰਦੇ ਨਾਨਕ ਸੰਧਿਆ ਕਰੈ ਮਨਮੁਖੀ ਜਿਉ ਨਾ ਟਿਕੈ। ਮਨਮੁਖੀ ਲੋਕ ਨੇ ਜਿਹੜੇ ਪੂਜਾ ਤੇ ਕਰਦੇ ਨੇ ਪਰ ਮਨ ਨਹੀਂ ਟਿਕਦਾ ਪਿਆ, ਅੰਦਰੋਂ ਜੀਵ ਵਾਲਾ ਖੜਦਾ ਨਹੀਂ ਮਨ ਕਿਤੇ। ਮਰ ਜੰਮੈ ਹੋਏ ਖੁਆਰ। ਮਾਰੇ ਕਹਿੰਦੇ ਫਿਰ ਉਹਨਾਂ ਦਾ ਤਾਂ ਹਾਲ ਇਹ ਹੈ, ਜੰਮਦੇ ਨੇ ਮਰਦੇ ਨੇ, ਉਹਨਾਂ ਪਰਲੇ ਫਿਰ ਖੱਜਲ ਖੁਆਰੀ ਪੈਂਦੀ ਹੈ, ਕਿਉਂਕਿ ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਨੇ ਦੁਬਦਾ 'ਚ ਦੋਵੇਂ ਚਲੇ ਗਏ। ਦੋ ਚਿੱਤੀ ਦੇ ਵਿੱਚ ਕਦੇ ਵੀ ਕੁਝ ਪ੍ਰਾਪਤ ਨਹੀਂ ਹੁੰਦਾ। ਪੂਰੀ ਇਕਾਗਰਤਾ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਭਾਵੇਂ ਜਪਜੀ ਸਾਹਿਬ ਦਾ ਪਾਠ। मेरे राम हम बारक हर प्रभ के हैं ए आणे।
हम बारक हर प्रभ के हैं ए आणे।